ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਤੜੇ ਦਾਤੇ ਮੰਗਤੇ, ਕਿਤੜੇ ਵੈਦ ਕਿਤੜੇ ਰੋਗੀ, ਕਿਤੜੇ ਸਹਿਜ ਸੰਜੋਗ ਵਿੱਚ, ਕਿਤੜੇ ਵਿਛੜ ਹੋਏ ਵਿਜੋਗੀ। ਕੇਤੜਿਆਂ ਭੁੱਖੇ ਮਰਨ, ਕੇਤੜਿਆਂ ਰਾਜੇ ਰਸ ਭੋਗੀ, ਕੇਤੜਿਆਂ ਦੇ ਸੋਹੇਲੇ, ਕੇਤੜਿਆਂ ਦੁਖ ਰੋਵਨ ਸੋਗੀ। ਦੁਨੀਆ ਆਵਣ ਜਾਵਣੀ, ਕਿਤੜੀ ਹੋਈ ਕਿਤੜੀ ਹੋਗੀ, ਕੇਤੜਿਆਂ ਹੀ ਸਚਿਆਰ, ਕੇਤੜਿਆਂ ਦਗਾਬਾਜ਼ ਦਰੋਗੀ। ਗੁਰਮੁਖ ਕੋ ਜੋਗੀ ਸਰ ਜੋਗੀ, ਗੁਰਮੁਖ ਕੋ ਜੋਗੀ ਸਰ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 8ਵੀਂ ਵਾਰ ਦੀ 17ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸ ਰਹੇ ਹੈ, ਸੰਸਾਰ ਦੇ ਅੰਦਰ ਅਨੇਕਾਂ ਹੀ ਲੋਕ ਹਨ ਔਰ ਇਹਨਾਂ ਲੋਕਾਂ ਦੀਆਂ ਅੱਡ-ਅੱਡ ਹਾਲਤਾਂ ਹਨ। ਕੋਈ ਕਿਸੇ ਹਾਲ ਦੇ ਵਿੱਚ ਸਮਾਂ ਬਤੀਤ ਕਰ ਰਿਹਾ ਹੈ, ਕੋਈ ਕਿਸੇ ਹਾਲ ਵਿੱਚ, ਕੋਈ ਦੁੱਖਾਂ ਵਿੱਚ ਕੁਝ ਸਮਾਂ ਲੰਘਾਉਂਦਾ ਹੈ, ਕੋਈ ਸੁੱਖਾਂ ਵਿੱਚ ਕੁਝ ਸਮਾਂ ਲੰਘਾਉਂਦਾ ਹੈ, ਕੋਈ ਰੋਗੀ ਬਣ ਜਾਂਦਾ ਹੈ, ਕੋਈ ਵਿਛੜ ਜਾਂਦਾ ਹੈ, ਕੋਈ ਮਿਲ ਜਾਂਦਾ ਹੈ। ਸੋ ਇਸ ਸੰਸਾਰ ਵਿੱਚ ਰਹਿੰਦੇ ਹੋਏ ਲੋਕਾਂ ਦੀਆਂ ਅੱਡ-ਅੱਡ ਹਾਲਤਾਂ ਹਨ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵਿਰਲਾ ਗੁਰਮੁਖ ਪਿਆਰਾ ਹੁੰਦਾ ਹੈ, ਜੋਗੀਸ਼ਰ, ਜਿਹੜਾ ਜੋਗੀਆਂ ਦਾ ਵੀ ਰਾਜਾ ਹੁੰਦਾ ਹੈ। ਪਰਮ ਪਿਤਾ ਪਰਮਾਤਮਾ ਉਹਦੇ ਚਰਨਾਂ ਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ। ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ, ਕੋਟ ਮੱਧੇ ਕੋ ਵਿਰਲਾ ਸੇਵਕ। ਪਾਤਸ਼ਾਹ ਜੀ ਕਹਿੰਦੇ ਨੇ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਸੇਵਕ ਹੁੰਦਾ ਪਰਮੇਸ਼ਰ ਦਾ, ਸਿਮਰਨ ਕਰਨ ਵਾਲਾ, ਭਗਤੀ ਕਰਨ ਵਾਲਾ। ਹੋਰ ਸਗਲੇ ਵਿਵਹਾਰੀ, ਬਾਕੀ ਤਾਂ ਸਾਰੇ ਵਪਾਰੀ ਹੁੰਦੇ ਆ, ਵਪਾਰ ਕਰਨ ਵਾਲੇ।
ਸੋ ਆਓ ਭਾਈ ਗੁਰਦਾਸ ਸਾਹਿਬ ਜੀ 17ਵੀਂ ਪੌੜੀ ਦੇ ਵਿੱਚ ਅੱਡ ਅੱਡ ਹਾਲਤਾਂ ਬਾਰੇ ਦੱਸ ਰਹੇ ਹੈ। ਵਾਹਿਗੁਰੂ ਜੀ ਕਿਤੜੇ ਦਾਤੇ ਮੰਗਤੇ, ਕਿਤੜੇ ਵੈਦ ਕਿਤੜੇ ਰੋਗੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸੰਸਾਰ ਦੇ ਵਿੱਚ ਕਿਤੜੇ ਦਾਤੇ ਮੰਗਤੇ, ਕਿਤਨੇ ਹੀ ਦਾਤੇ ਹਨ ਤੇ ਕਿਤਨੇ ਹੀ ਮੰਗਤੇ ਹਨ। ਕਈ ਮੰਗਦੇ ਫਿਰਦੇ ਐ ਤੇ ਕਈ ਦਾਤੇ ਐ। ਪਰਮੇਸ਼ਰ ਦਾਤੇ ਦੀ ਇੱਥੇ ਗੱਲ ਨਹੀਂ ਕੀਤੀ। ਇੱਥੇ ਉਹ ਦਾਤੇ ਜਿਹੜੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਅੱਗੇ ਵੰਡ ਰਹੇ ਹੈ। ਜੇ ਮਾਲਕ ਨੇ ਦਿੱਤਾ ਹੈ ਤਾਂ ਅੱਗੇ ਉਹ ਦੇ ਰਹੇ ਹੈ। ਇਹ ਉਹਦੇ ਚੋਜ ਹਨ, ਪਰਮੇਸ਼ਰ ਦੇ ਕੌਤਕ ਹਨ। ਇੱਕ ਮੰਗ ਰਿਹਾ ਹੈ, ਇੱਕ ਉਹਨੂੰ ਦਾਤ ਦੇ ਰਿਹਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਐ ਮੇਰੇ ਵਾਹਿਗੁਰੂ, ਕਈ ਦਾਤੇ ਹੈ ਤੇ ਕਈ ਭਿਖਾਰੀ ਹੈ। ਇਹ ਸਾਰੇ ਤੇਰੇ ਅਚਰਜ ਕੌਤਕ ਹਨ। ਸੋ ਸੰਸਾਰ ਦੇ ਵਿੱਚ ਜਿਹੜੇ ਦਾਤੇ ਬਣ ਕੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਅੱਗੇ ਦੇਣ ਵਾਲੇ ਹੈ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਤੇ ਮੰਗਤਿਆਂ ਦੀ ਵੀ ਕੋਈ ਗਿਣਤੀ ਨਹੀਂ। ਕਿਤੜੇ ਦਾਤੇ ਮੰਗਤੇ, ਕਿਤਨੇ ਹੀ ਦਾਤੇ ਹਨ, ਕਿਤਨੇ ਹੀ ਮੰਗਤੇ ਹਨ। ਕਿਤੜੇ ਵੈਦ ਕਿਤੜੇ ਰੋਗੀ, ਕਿਤਨੇ ਹੀ ਵੈਦ ਹਨ, ਕਿਤਨੇ ਹੀ ਰੋਗੀ ਹਨ। ਵੈਦ ਵੀ ਬਥੇਰੇ ਹੈ, ਰੋਗੀ ਵੀ ਬਥੇਰੇ ਹੈ। ਰੋਗੀਆਂ ਕਰਕੇ ਤੇ ਵੈਦ ਹਨ। ਸੋ ਰੋਗੀ ਤੇ ਵੈਦ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਵੀ ਅਨੇਕਾਂ ਹਨ। ਕਿਤੜੇ ਸਹਿਜ ਸੰਜੋਗ ਵਿੱਚ, ਕਿਤੜੇ ਵਿਛੜ ਹੋਏ ਵਿਜੋਗੀ। ਕਈ ਜਿਹੜੇ ਲੋਕ ਨੇ ਉਹ ਸਹਿਜੇ ਹੀ ਸੰਜੋਗ ਦੇ ਵਿੱਚ ਰਹਿੰਦੇ ਹੈ। ਘਰ ਪਰਿਵਾਰ ਦੇ ਵਿੱਚ ਮਿਲੇ ਨੇ, ਪਰਿਵਾਰ ਵਿੱਚ ਬੈਠੇ ਹੈ, ਸੁੱਖਾਂ ਦੇ ਸਹਿਤ ਰਹਿੰਦੇ ਹੈ। ਕਿਤੜੇ ਵਿਛੜ ਹੋਏ ਵਿਜੋਗੀ। ਔਰ ਕਈ ਲੋਕ ਐਸੇ ਹੈ ਜਿਹੜੇ ਉਮਰ ਭਰ ਆਪਣੇ ਪਰਿਵਾਰ ਤੋਂ, ਸਾਕ ਸੰਬੰਧੀਆਂ ਤੋਂ ਵਿਛੜ ਕੇ ਵਿਜੋਗ ਦੀ ਹਾਲਤ ਵਿੱਚ ਦੁਖੀ ਰਹਿੰਦੇ ਹੈ। ਕਿਤਨੇ ਹੀ ਪਰਿਵਾਰ ਵਿੱਚ ਸਹਿਜ ਸ਼ਾਂਤੀ ਸੰਜੋਗ ਦੇ ਵਿੱਚ ਮਿਲੇ ਰਹਿੰਦੇ ਹੈ, ਸੁਖੀ ਰਹਿੰਦੇ ਹੈ। ਕਿਤਨੇ ਹੀ ਐਸੇ ਹੈ ਜਿਹੜੇ ਪਰਿਵਾਰਾਂ ਤੋਂ ਵਿਛੜ ਕੇ ਦੂਰ ਪ੍ਰਦੇਸ਼ਾਂ 'ਚ ਰਹਿੰਦੇ ਹੈ। ਕਈਆਂ ਦਾ ਮਿਲਾਪ ਹੀ ਨਹੀਂ ਹੁੰਦਾ, ਉੱਥੇ ਹੀ ਜੀਵਨ ਦੀ ਲੀਲਾ ਸਮਾਪਤ ਹੋ ਜਾਂਦੀ ਹੈ, ਮਰ ਜਾਂਦੇ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਅਨੇਕਾਂ ਹੀ ਹਨ, ਕਿਤਨੇ ਹੀ ਜਿਹੜੇ ਵਿਛੜ ਹੋਏ ਵਿਜੋਗੀ, ਪਰਿਵਾਰ ਤੋਂ ਵਿਛੜ ਕੇ ਵਿਜੋਗੀ ਹੁੰਦੇ ਹੈ, ਦੁਖੀ ਹੁੰਦੇ ਹੈ। ਕੇਤੜਿਆਂ ਭੁੱਖੇ ਮਰਨ, ਕੇਤੜਿਆਂ ਰਾਜੇ ਰਸ ਭੋਗੀ। ਕਿਤਨੇ ਹੀ ਭਾਵ ਬਹੁਤ, ਕਈ ਉਹਨਾਂ ਨੂੰ ਰੋਟੀ ਤੱਕ ਨਹੀਂ ਮਿਲਦੀ, ਭੁੱਖੇ ਮਰਦੇ ਹੈ। ਕਈ ਜਿਹੜੇ ਰਾਜੇ ਲੋਕ ਨੇ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਰਸ ਨੂੰ ਭੋਗਦੇ ਹੈ। ਕਈਆਂ ਨੂੰ ਤਾਂ ਰੋਟੀ ਨਹੀਂ ਮਿਲਦੀ, ਭੁੱਖੇ ਮਰਦੇ ਹੈ। ਕਈ ਰਸ ਭੋਗਦੇ ਹੈ। ਕਈਆਂ ਨੂੰ ਮਿਲਦੀ ਹੈ, ਉਹ ਵੀ ਸੁੱਟ ਦਿੰਦੇ ਹੈ ਕੂੜੇ ਦੇ ਢੇਰ 'ਤੇ, ਕਦਰ ਨਹੀਂ ਕਰਦੇ ਉਸ ਦੀ। ਸਤਿਗੁਰੂ ਪਾਤਸ਼ਾਹ ਜੀ ਦਾ ਬਾਣੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ, ਕਦੇ ਤਾਂ ਖੰਡ, ਘਿਓ, ਖੀਰ
ਚੂਰੀ ਬਣਾਈ ਹੋਈ ਬੰਦੇ ਨੂੰ ਚੰਗੀ ਨਹੀਂ ਲੱਗਦੀ, ਵਗਾ ਕੇ ਸੁੱਟਦਾ ਹੈ। ਅਤੇ ਕਦੇ ਛੋਲੇ ਖਾ ਕੇ ਗੁਜ਼ਾਰਾ ਕਰਦਾ ਹੈ। ਕਈ ਵਾਰਾਂ ਰੱਜਿਆ ਪੁੱਜਿਆ ਤਰ੍ਹਾਂ ਤਰ੍ਹਾਂ ਦੇ ਪਦਾਰਥ ਉਹਨਾਂ ਨੂੰ ਵੀ ਧੱਕੇ ਮਾਰਦਾ ਹੈ, ਅਤੇ ਕਈ ਵਾਰਾਂ ਇਹਨੂੰ ਸੁੱਕੀਆਂ ਰੋਟੀਆਂ ਵੀ ਨਹੀਂ ਮਿਲਦੀਆਂ। ਕਈ ਵਾਰਾਂ ਵਧੀਆ ਸੇਜਾਂ ਜਿਹੜੀਆਂ ਨੇ ਉਹਨਾਂ 'ਤੇ ਵੀ ਨੀਂਦ ਨਹੀਂ ਆਉਂਦੀ। ਕਈ ਵਾਰਾਂ ਜ਼ਮੀਨ 'ਤੇ ਹੀ ਪੈ ਕੇ ਬੰਦੇ ਨੂੰ ਨੀਂਦ ਆ ਜਾਂਦੀ ਹੈ। ਕਈ ਵਾਰਾਂ ਸੋਹਣੀਆਂ ਸੇਜਾਂ ਇਸ ਨੂੰ ਭਾਉਂਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ, ਅਤੇ ਕਦੇ ਧਰਤੀ 'ਤੇ ਜ਼ਮੀਨ 'ਤੇ ਇਸ ਨੂੰ ਪਰਾਲੀ ਘਾਹ ਇਤਿਆਦਿਕ ਵਿਛਾਉਣਾ ਵੀ ਨਸੀਬ ਨਹੀਂ ਹੁੰਦਾ। ਅੱਡ ਅੱਡ ਹਾਲਤਾਂ ਨੇ। ਪਤਾ ਨਹੀਂ ਕਿੱਥੇ ਸਮਾਂ ਬਦਲ ਜਾਏਗਾ ਅਤੇ ਕਿਹੜੇ ਹਾਲ ਦੇ ਵਿੱਚ ਬੰਦੇ ਨੂੰ ਰਹਿਣਾ ਪੈਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਕਈ ਭੁੱਖੇ ਮਰਦੇ ਹੈ, ਅਤੇ ਕਈ ਰਾਜਿਆਂ ਦੇ ਵਾਂਗ, ਜਾਂ ਕਈ ਰਾਜੇ ਜਿਹੜੇ ਹੈ ਪਦਾਰਥਾਂ ਦੇ ਰਸਾਂ ਨੂੰ ਭੋਗਦੇ ਹੈ ਅਤੇ ਵਿਸ਼ਿਆਂ ਦੇ ਰਸਾਂ ਨੂੰ ਭੋਗਦੇ ਹੈ। ਕੇਤੜਿਆਂ ਦੇ ਸੋਹਿਲੇ, ਕੇਤੜਿਆਂ ਦੁਖ ਰੋਵਨ ਸੋਗੀ। ਕਈਆਂ ਦੇ ਘਰਾਂ ਦੇ ਵਿੱਚ ਸੁੱਖ ਹੈ, ਆਨੰਦ ਹੈ, ਖੁਸ਼ੀ ਹੈ, ਅਤੇ ਉਹਨਾਂ ਦੇ ਸੋਹਿਲੇ ਗਾਏ ਜਾਂਦੇ ਹੈ। ਉੱਥੇ ਖੁਸ਼ੀ ਦੇ ਗੀਤ ਗਾਏ ਜਾਂਦੇ ਹੈ। ਕੇਤੜਿਆਂ ਦੇ ਸੋਹਿਲੇ, ਕੇਤੜਿਆਂ ਦੁਖ ਰੋਵਨ ਸੋਗੀ। ਅਤੇ ਕਈਆਂ ਦੇ ਘਰਾਂ ਦੇ ਵਿੱਚ ਸੋਗ ਹੈ, ਅਤੇ ਸੋਗੀ ਬਣ ਕਰਕੇ, ਦੁੱਖਾਂ ਕਰਕੇ ਉਹ ਰੋਂਦੇ ਹੈ। ਕਿਸੇ ਦੇ ਘਰ ਵਿੱਚ ਖੁਸ਼ੀ ਹੈ, ਕਿਸੇ ਦੇ ਘਰ ਵਿੱਚ ਗਮੀ ਹੈ। ਇਹ ਚੱਲਦਾ ਹੈ ਸੰਸਾਰ ਵਿੱਚ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਇੱਕ ਘਰ ਦੇ ਵਿੱਚ ਮੌਤ ਹੋਈ ਹੈ, ਦੂਜੇ ਘਰ ਦੇ ਵਿੱਚ ਵਿਆਹ ਦੇ ਵਾਜੇ ਵੱਜ ਰਹੇ। ਸੋ ਭਾਈ ਸਾਹਿਬ ਜੀ ਕਹਿੰਦੇ ਇਹ ਵੱਖ ਵੱਖ ਹਾਲਤਾਂ ਨੇ, ਇੱਕ ਬੰਦੇ ਦੀਆਂ ਨਹੀਂ, ਕਿਤਨੇ ਹੀ ਦੁਨੀਆ ਵਿੱਚ। ਕਈਆਂ ਦੇ ਘਰ ਵਿੱਚ ਖੁਸ਼ੀ ਦੇ ਗੀਤ ਗਾਏ ਜਾ ਰਹੇ ਹੈ, ਅਤੇ ਕਈਆਂ ਦੇ ਘਰ ਵਿੱਚ ਸੋਗ ਪਿਆ ਹੈ, ਦੁੱਖ ਕਰਕੇ ਰੋਂਦੇ ਹੈ। ਦੁਨੀਆ ਆਵਣ ਜਾਵਣੀ, ਕਿਤੜੀ ਹੋਈ ਕਿਤੜੀ ਹੋਗੀ। ਇਹ ਜਿਹੜੀ ਦੁਨੀਆ ਹੈ ਇਹ ਆਉਣ ਜਾਣ ਵਾਲੀ ਹੈ, ਜੰਮਣ ਮਰਨ ਵਾਲੀ ਹੈ। ਕਿਤੜੀ ਹੋਈ ਕਿਤੜੀ ਹੋਗੀ। ਕਿੰਨੀ ਦੁਨੀਆ ਹੋ ਗੁਜ਼ਰੀ ਹੈ। ਜਿਹੜਾ ਪਿੱਛੇ ਸਮਾਂ ਲੰਘ ਗਿਆ ਨਾ, ਪਤਾ ਨਹੀਂ ਕਿੰਨੇ ਕੁ ਲੋਕ ਜੰਮੇ, ਜੀਵਨ ਗੁਜ਼ਾਰਿਆ, ਸਮਾਂ ਆਉਣ 'ਤੇ ਮਰ ਗਏ, ਮੁੱਕ ਗਏ। ਭੂਤ ਕਾਲ ਦੇ ਵਿੱਚ ਲੰਘੇ ਹੋਏ ਸਮੇਂ ਦੇ ਵਿੱਚ ਕਿਤਨੀ ਹੀ ਇਹ ਦੁਨੀਆ ਗੁਜ਼ਰ ਗਈ ਹੈ। ਕਿਤੜੀ ਹੋ ਗਈ, ਅਤੇ ਕਿੰਨੀ ਦੁਨੀਆ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਵੇਗੀ, ਇਹਦਾ ਵੀ ਕੋਈ ਅੰਦਾਜ਼ਾ ਨਹੀਂ। ਕਿੰਨੇ ਕੁ ਲੋਕ ਹੋਣਗੇ, ਕਿੰਨਿਆਂ ਕੁ ਦੇ ਜਨਮ ਹੋਣਗੇ, ਕਿੰਨਿਆਂ ਦੀ ਮੌਤ ਹੋਵੇਗੀ, ਕੋਈ ਅੰਦਾਜ਼ਾ ਨਹੀਂ। ਪਹਿਲਾਂ ਵੀ ਬੜੀ ਹੋ ਗੁਜ਼ਰੀ ਹੈ, ਅਤੇ ਅੱਗੇ ਵੀ ਬਹੁਤ ਇਹ ਦੁਨੀਆ ਹੋਵੇਗੀ। ਕੇਤੜਿਆਂ ਹੀ ਸਚਿਆਰ, ਕੇਤੜਿਆਂ ਦਗਾਬਾਜ਼ ਦਰੋਗੀ। ਸੰਸਾਰ ਦੇ ਵਿੱਚ ਕਿਤਨੇ ਹੀ ਸਚਿਆਰ ਲੋਕ ਹਨ। ਸਚਿਆਰ ਕਹਿੰਦੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਵਾਰ ਲਿਆ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਅਤੇ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ। ਰੱਬ ਦੇ ਹੁਕਮ ਦੇ ਵਿੱਚ ਚੱਲਣ ਵਾਲੇ, ਉਹਦੀ ਰਜਾ ਵਿੱਚ ਰਹਿਣ ਵਾਲੇ, ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਜੀਵਨ ਉੱਚਾ ਸੁੱਚਾ ਬਣਾ ਲਿਆ, ਉਹ ਸਚਿਆਰ। ਭਾਈ ਗੁਰਦਾਸ ਜੀ ਕਹਿੰਦੇ ਕਿਤਨੇ ਹੀ ਸਚਿਆਰ ਹਨ। ਕੇਤੜਿਆਂ ਦਗਾਬਾਜ਼ ਦਰੋਗੀ। ਕਿਤਨੇ ਹੀ ਲੋਕ ਦਗਾਬਾਜ਼ ਦਾ ਅਰਥ ਛਲ ਕਰਨ ਵਾਲੇ, ਕਪਟ ਕਰਨ ਵਾਲੇ, ਧੋਖਾ ਕਰਨ ਵਾਲੇ, ਉਹ ਬਹੁਤ ਨੇ। ਦਰੋਗੀ ਕਹਿੰਦੇ ਨੇ ਝੂਠੇ ਲੋਕ। ਝੂਠੇ ਵੀ ਬਹੁਤ ਹੈ, ਝੂਠ ਬੋਲਣ ਵਾਲੇ ਬਹੁਤ ਹੈ, ਝੂਠ ਬੋਲ ਕੇ ਵਪਾਰ ਕਰਨ ਵਾਲੇ ਬਹੁਤ ਹੈ। ਦਗਾਬਾਜ਼, ਪਾਠ ਦਗਾਬਾਜ਼ ਹੈ, ਅਤੇ ਦਰੋਗੀ ਝੂਠੇ, ਉਹ ਵੀ ਕਿਤਨੇ ਹੀ ਹਨ। ਗੁਰਮੁਖ ਕੋ ਜੋਗੀ ਸਰ ਜੋਗੀ।
ਇਹ ਜਿੰਨੇ ਭਾਈ ਗੁਰਦਾਸ ਜੀ ਕਹਿੰਦੇ ਗਿਣੇ ਹਨ, ਇਹ ਵੱਖ-ਵੱਖ ਹਾਲਤਾਂ ਵਾਲੇ ਲੋਕ ਹੈ। ਪਰ ਕੋਈ ਵਿਰਲਾ ਹੀ ਗੁਰਮੁਖ ਜੋਗੀਸਰ ਜੋਗੀਆਂ ਦਾ ਰਾਜਾ ਹੈ, ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੈ। ਨਹੀਂ ਤੇ ਕੋਈ ਦੁੱਖ ਕਰਕੇ ਰੋ ਰਿਹਾ ਹੈ, ਕਿਸੇ ਨੂੰ ਸੰਸਾਰ ਦਾ ਸੁੱਖ ਮਿਲਿਆ, ਉਹ ਉਸੇ ਖੁਸ਼ੀ ਦੇ ਵਿੱਚ ਖੀਵਾ ਹੋਇਆ ਰੱਬ ਨੂੰ ਭੁੱਲ ਰਿਹਾ ਹੈ। ਕੋਈ ਵਿਰਲਾ ਗੁਰਮੁਖ ਪਿਆਰਾ ਜੋਗੀਸ਼ਰ ਹੈ, ਜਿਹੜਾ ਜੋਗੀਆਂ ਦਾ ਰਾਜਾ ਹੁੰਦਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਇਹ ਅੱਡ ਅੱਡ ਹਾਲਤਾਂ ਹਨ। ਹੁਣ ਇਸ ਤੋਂ ਅਗਲੀ 18ਵੀਂ ਪੌੜੀ ਦੇ ਵਿੱਚ ਖਾਸ ਕਰਕੇ ਮਨੁੱਖੀ ਸਰੀਰ ਦੀਆਂ ਅੱਡ ਅੱਡ ਹਾਲਤਾਂ ਹਨ। ਪਰਮਾਤਮਾ ਨੇ ਜਨਮ ਦਿੱਤਾ ਸਾਰਿਆਂ ਨੂੰ। ਕਈਆਂ ਦੇ ਸਰੀਰਾਂ ਵਿੱਚ ਜਨਮ ਤੋਂ ਹੀ ਉਹਨਾਂ ਦੇ ਅੰਗ ਪ੍ਰਤੰਗ ਕੰਮ ਨਹੀਂ ਕਰਦੇ। ਪਤਾ ਨਹੀਂ, ਬੰਦੇ ਨੂੰ ਉੱਥੋਂ ਤੱਕ ਗਿਆਤ ਨਹੀਂ, ਇਹਦੀ ਦ੍ਰਿਸ਼ਟੀ ਨਹੀਂ, ਨਜ਼ਰ ਨਹੀਂ ਪਹੁੰਚਦੀ ਵੀ ਇਹ ਦੁੱਖ ਮੈਨੂੰ ਕਿਉਂ ਪ੍ਰਾਪਤ ਹੋਇਆ ਹੈ। ਪੂਰਬਲੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਦਾ ਫਲ ਕਈ ਵਾਰ ਇਸ ਜਨਮ ਵਿੱਚ ਵੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਕਿਸ ਕੋ ਦੋਸ ਦੇਹ ਤੂੰ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ ਹੈ। ਉਹ ਸਰੀਰ ਦੀਆਂ ਹਾਲਤਾਂ ਅੱਡ ਅੱਡ ਦੱਸਦੇ ਹੈ। ਕਿਤੜੇ ਅੰਨੇ ਆਖੀ ਅੰਨ, ਕੇਤੜਿਆਂ ਹੀ ਦਿਸਨ ਕਾਣੇ। ਕਿੰਨੇ ਹੀ ਲੋਕ ਅੰਨੇ ਕਹੀਦੇ ਹੈ, ਜਿਨ੍ਹਾਂ ਨੂੰ ਦੋਹਾਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਕਈ ਜਨਮ ਤੋਂ ਹੀ ਅੰਨੇ ਹੁੰਦੇ ਆ, ਦੋਹਾਂ ਅੱਖਾਂ ਤੋਂ ਦਿਸਦਾ ਹੀ ਨਹੀਂ ਉਹਨਾਂ ਨੂੰ। ਕਈ ਫਿਰ ਇੱਥੇ ਸੰਸਾਰ ਵਿੱਚ ਆ ਕੇ ਕੋਈ ਕਿਸੇ ਰੋਗ ਕਰਕੇ ਉਹਨਾਂ ਦੀਆਂ ਦੋਹਾਂ ਅੱਖਾਂ ਦਾ ਜਿਹੜਾ ਚਾਨਣ ਹੈ, ਜੋਤ ਹੈ, ਉਹ ਚਲੀ ਜਾਂਦੀ ਹੈ। ਕਿਤਨੇ ਹੀ ਭਾਈ ਸਾਹਿਬ ਜੀ ਕਹਿੰਦੇ ਅੰਨੇ ਕਹੀਦੇ ਹੈ, ਕੇਤੜਿਆਂ ਹੀ ਦਿਸਣ ਕਾਣੇ। ਕਿਤਨੇ ਹੀ ਸੰਸਾਰ ਵਿੱਚ ਕਾਣੇ ਦਿਸਦੇ ਹੈ। ਕਾਣੇ ਜਿਹਨੂੰ ਇੱਕ ਅੱਖ ਤੋਂ ਦਿਸਦਾ, ਇੱਕ ਤੋਂ ਨਹੀਂ ਦਿਸਦਾ। ਕਾਣੇ ਵੀ ਬਹੁਤ ਹੈ ਤੇ ਅੰਨੇ ਵੀ ਬਹੁਤ ਹੈ ਸੰਸਾਰ ਦੇ ਵਿੱਚ। ਕੇਤੜਿਆਂ ਚੁੰਨੇ ਫਿਰਨ, ਕਿਤੜੇ ਰੱਤੀ ਆਨੇ ਉਕਤਾਣੇ। ਇੱਥੇ ਚੁੰਨੇ ਪਾਠ ਹੈ, ਕੇਤੜਿਆਂ ਚੁੰਨੇ ਫਿਰਨ। ਕਈ ਸੰਸਾਰ ਵਿੱਚ ਚੁੰਨੇ ਫਿਰਦੇ ਹੈ, ਬਿਲਕੁਲ ਅੱਖਾਂ ਜਿਵੇਂ ਬੰਦ ਨਹੀਂ ਹੁੰਦੀਆਂ, ਚੁੰਨੀਆਂ ਅੱਖਾਂ ਵਾਲੇ ਉਹ ਫਿਰਦੇ ਹੈ। ਕਿਤੜੇ ਰਤੀ ਆਨੇ ਉਕਤਾਣੇ। ਕਈ ਲੋਕ ਉਹ ਨੇ ਸੰਸਾਰ ਦੇ ਵਿੱਚ ਜਿਹੜੇ ਰਤੀਆਨੇ, ਅੰਧਰਾਤੇ ਵਾਲੇ। ਸ਼ਾਮਾਂ ਪਈਆਂ, ਹਨੇਰਾ ਹੋਇਆ, ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ ਹੈ। ਕਿਤਨੇ ਹੀ ਹਨ। ਔਰ ਇਸੇ ਤਰ੍ਹਾਂ ਉਕਤਾਣੇ, ਕਿਤਨੇ ਹੀ ਲੋਕ ਉਕਤਾਣੇ ਨੇ ਸੰਸਾਰ ਦੇ ਵਿੱਚ, ਜਿਨ੍ਹਾਂ ਨੂੰ ਬਹੁਤ ਘੱਟ ਦਿਸਦਾ ਹੈ। ਅੱਖਾਂ ਦੇ ਨੇੜੇ ਕਰਕੇ ਨੋਟ ਵੇਖਦੇ, ਅੱਖਰ ਵੀ ਲਿਖੇ ਬਹੁਤ ਘੱਟ ਨਜ਼ਰ ਆਉਂਦੇ, ਬਿਲਕੁਲ ਅੱਖਾਂ ਦੇ ਨਜ਼ਦੀਕ ਕਰਕੇ ਦੇਖਦੇ ਆ। ਉਹਨਾਂ ਨੂੰ ਉਕਤਾਣੇ ਕਹਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਨੂੰ ਘੱਟ ਦਿਸਦਾ ਹੈ, ਘੱਟ ਵੇਖਣ ਵਾਲੇ ਬਹੁਤ ਨੇ। ਕਿਤਨੇ ਹੀ ਅੰਧਰਾਤੇ ਆ, ਅੰਧਰਾਤੇ ਵਾਲੇ ਲੋਕ ਨੇ, ਅਤੇ ਕਿਤਨੇ ਹੀ ਚੁੰਨੇ ਫਿਰਦੇ ਹੈ। ਚੁੱਗੇ ਪਾਠ ਵੀ ਆਉਂਦਾ ਹੈ, ਉਹਦਾ ਭਾਵ ਹੈ ਕਿਤਨੇ ਹੀ ਟੀਰੇ ਹਨ, ਜਿਨ੍ਹਾਂ ਦੀਆਂ ਅੱਖਾਂ ਜਿਵੇਂ ਇਉਂ ਆਪਾਂ ਨੂੰ ਲੱਗਦਾ ਹੁੰਦਾ ਵੀ ਉਹ ਸਾਡੇ ਵੱਲ ਵੇਖ ਰਹੇ, ਪਰ ਉਹ ਵੇਖ ਕਿਸੇ ਹੋਰ ਪਾਸੇ ਰਹੇ ਹੁੰਦੇ। ਭੈਂਗੇ ਵੀ ਕਹਿ ਦਿੰਦੇ ਹੈ, ਐਸੇ ਲੋਕ ਵੀ ਕਿਤਨੇ ਹਨ। ਸੋ ਕੇਤੜਿਆਂ ਚੁੰਨੇ ਅਤੇ ਚੁੱਗੇ, ਇਹ ਦੋਵੇਂ ਪਾਠ ਆਉਂਦੇ ਹੈ। ਕਿਤੜੇ ਨਕਟੇ ਗੁਣ ਗੁਣੇ, ਕਿਤੜੇ ਬੋਲੇ ਬੁੱਚੇ ਲਾਣੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਤਨੇ ਹੀ ਲੋਕ ਸੰਸਾਰ ਦੇ ਵਿੱਚ ਨਕਟੇ, ਨੱਕ ਕੱਟੇ ਵਾਲੇ ਹੈ। ਗੁਣ ਗੁਣੇ, ਕਿਤਨੇ ਹੀ ਗੁਣ ਗੁਣੇ। ਕਈ ਵੇਖੇ ਹੋਣਗੇ ਤੁਸੀਂ, ਜਿਨ੍ਹਾਂ ਦਾ ਬੋਲ ਸਪਸ਼ਟ ਨਹੀਂ ਹੁੰਦਾ, ਨੱਕ ਵਿੱਚ ਬੋਲਦੇ ਹੈ। ਉਹਨਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਹੈ।
ਅਨੇਕਾਂ ਲੋਕ ਨੇ ਐਸੇ, ਉਹਨਾਂ ਨੂੰ ਗੁਣਗੁਣੇ ਕਹਿੰਦੇ ਆ। ਨੱਕ ਵਿੱਚ ਬੋਲਣ ਵਾਲੇ ਭਾਈ ਸਾਹਿਬ ਜੀ ਕਹਿੰਦੇ ਕਿਤਨੇ ਹੀ ਹਨ। ਕਿਤੜੇ ਬੋਲੇ ਬੁੱਚੇ ਲਾਣੇ, ਇਸੇ ਤਰ੍ਹਾਂ ਕਿਤਨੇ ਹੀ ਲੋਕ ਬੋਲੇ ਹੈ ਜਿਨ੍ਹਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ। ਅਤੇ ਇਸੇ ਤਰ੍ਹਾਂ ਬੁੱਚੇ ਲੋਕ ਜਿਹੜੇ ਕੰਨ ਕੱਟੇ, ਉਹ ਵੀ ਕਿਤਨੇ ਹੀ ਹਨ ਸੰਸਾਰ ਦੇ ਵਿੱਚ, ਅਨੇਕਾਂ ਹੀ ਹਨ। ਸੋ ਕੋਈ ਗਿਣਤੀ ਨਹੀਂ ਇਹਨਾਂ ਦੀ ਵੀ ਇਹ ਕਿੰਨੇ ਕੁ ਹਨ। ਇਸੇ ਤਰ੍ਹਾਂ ਲਾਣੇ, ਜਿਹੜੇ ਬੁੱਲ ਕੱਟੇ ਹੈ ਬੂੜੇ, ਉਹ ਵੀ ਬਥੇਰੇ ਹੈ ਸੰਸਾਰ ਵਿੱਚ। ਕੇਤੜਿਆਂ ਗਿੱਲੜ ਗਲੀ, ਅੰਗ ਰਸੌਲੀ ਵੇਣ ਵਿਹਾਣੇ। ਕਿਤਨੇ ਹੀ ਲੋਕ ਗਿੱਲੜ ਗਲੀ, ਜਿਨ੍ਹਾਂ ਦੇ ਗਲਾਂ ਵਿੱਚ ਗਿੱਲੜ ਹੈ। ਗਿੱਲੜ ਇੱਕ ਰੋਗ ਹੁੰਦਾ ਹੈ, ਗਲਾ ਫੁੱਲ ਜਾਂਦਾ ਹੈ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਇਹ ਗਲੇ ਦਾ ਰੋਗ ਹੁੰਦਾ ਹੈ, ਉਹ ਪਹਾੜੀ ਇਲਾਕੇ ਜਿੱਥੇ ਪਾਣੀ ਦੇ ਵਿੱਚ ਚੂਨੇ ਦੀ ਮਾਤਰਾ ਵਧੇਰੇ ਹੁੰਦੀ ਹੈ। ਗਲ 'ਤੇ ਇੱਕ ਫੋੜਾ ਹੋ ਜਾਂਦਾ ਹੈ, ਗਿੱਲੜ ਕਹਿੰਦੇ ਉਸ ਨੂੰ। ਇਹ ਇੱਕ ਰੋਗ ਹੈ, ਇਹਦਾ ਉਪਚਾਰ ਵੀ ਹੋ ਜਾਂਦਾ ਹੈ। ਜਾਂ ਤਾਂ ਫਿਰ ਬੰਦਾ ਉਸ ਇਲਾਕੇ ਨੂੰ ਛੱਡ ਦੇਵੇ, ਹੋਰ ਇਲਾਕੇ ਵਿੱਚ ਵਸੇ। ਖਾਸ ਕਰਕੇ ਉਹਨਾਂ ਵਾਸਤੇ ਪਾਣੀ ਫਿਲਟਰ ਕਰਕੇ ਉਬਾਲ ਕੇ ਪੀਣਾ ਚਾਹੀਦਾ ਹੈ। ਔਰ ਹੋਰ ਬਹੁਤ ਇਲਾਜ ਵੈਦ ਹਕੀਮ ਦੱਸਦੇ ਹੈ। ਕਈ ਵਾਰਾਂ ਉਹਨਾਂ ਦਾ ਮਾਸ ਉਹ ਗਲੇ ਤੋਂ ਲਟਕਣ ਲੱਗ ਪੈਂਦਾ ਹੈ, ਜਿਨ੍ਹਾਂ ਦੇ ਗਲੇ ਵਿੱਚ ਗਿੱਲੜ ਹੁੰਦੇ ਹੈ। ਕੇਤੜਿਆਂ ਗਿੱਲੜ ਗਲੀ, ਅੰਗ ਰਸੌਲੀ ਵੇਣ ਵਿਹਾਣੇ। ਕਿਤਨੇ ਲੋਕ ਐਸੇ ਹੈ ਜਿਨ੍ਹਾਂ ਦੇ ਸਰੀਰ ਦੇ ਅੰਗਾਂ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ। ਇਹ ਪਹਿਲਾਂ ਵੀ ਸਨ, ਭਾਈ ਗੁਰਦਾਸ ਜੀ ਵੇਲੇ ਵੀ, ਅੱਜ ਦੀਆਂ ਨਹੀਂ। ਅੱਜ ਕੱਲ੍ਹ ਕਈਆਂ ਨੂੰ ਰਸੌਲੀ ਬਹੁਤ ਹੁੰਦੀ ਹੈ, ਖਾਸ ਕਰਕੇ ਪੇਟ ਵਿੱਚ ਜ਼ਿਆਦਾ ਹੁੰਦੀ ਹੈ। ਕਈਆਂ ਦੇ ਅੰਗਾਂ ਵਿੱਚ ਰਸੌਲੀਆਂ ਹਨ। ਵੇਣ ਵਿਹਾਣੇ, ਅਤੇ ਕਈ ਲੋਕ ਐਸੇ ਹੈ ਜਿਹੜੇ ਸਰੀਰ ਦੇ ਦਬੇ ਅੰਗਾਂ ਵਾਲੇ ਹੈ। ਸਰੀਰ ਦੇ ਕਈ ਅੰਗ ਉਹ ਦਬ ਜਾਂਦੇ ਹੈ, ਇੱਕ ਪਾਸੇ ਨੂੰ ਸਰੀਰ ਦੇ ਅੰਗ ਦਬ ਜਾਂਦੇ ਹੈ। ਐਸੇ ਲੋਕ ਵੀ ਅਨੇਕਾਂ ਹਨ। ਕਈ ਵਾਰਾਂ ਸਰੀਰ ਦੇ ਵਿੱਚ ਕਿਤੇ ਕੋਈ ਕੁਦਰਤੀ ਟੋਆ ਪੈ ਜਾਂਦਾ ਹੈ, ਕੋਈ ਸਰੀਰ ਦਾ ਹਿੱਸਾ ਦਬ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਬਹੁਤੇ ਨੇ ਵੇਣ ਵਿਹਾਣੇ ਐਸੇ ਲੋਕ। ਟੁੰਡੇ ਬਾਂਡੇ ਕੇਤੜੇ, ਗੰਜੇ ਲੁੰਜੇ ਕੋੜੀ ਜਾਣੇ। ਇਸੇ ਤਰ੍ਹਾਂ ਟੁੰਡੇ, ਜਿਨ੍ਹਾਂ ਦਾ ਹੱਥ ਵੱਢਿਆ, ਉਹ ਵੀ ਕਿਤਨੇ ਸੰਸਾਰ ਦੇ ਵਿੱਚ। ਬਾਂਡੇ ਲੋਕ ਬਹੁਤ ਨੇ, ਜਿਨ੍ਹਾਂ ਦੇ ਸਰੀਰ ਦੇ ਜਿਵੇਂ ਜੋੜ, ਅਰਕ ਜਾਂ ਮੋਢੇ ਤਣ ਜਾਂਦੇ ਹੈ, ਉਹਨਾਂ ਨੂੰ ਬਾਂਡੇ ਕਹਿੰਦੇ ਹੈ। ਐਸੇ ਲੋਕ ਬਹੁਤ ਨੇ। ਕੇਤੜੇ ਕਿਤਨੇ ਹੀ। ਗੰਜੇ ਲੁੰਜੇ ਕੋੜੀ ਜਾਣੇ, ਗੰਜੇ ਬਹੁਤ ਹੈ ਜਿਨ੍ਹਾਂ ਦੇ ਸਿਰ 'ਤੇ ਵਾਲ ਹੀ ਨਹੀਂ। ਔਰ ਇਸੇ ਤਰ੍ਹਾਂ ਲੁੰਜੇ, ਜਿਨ੍ਹਾਂ ਦੀ ਬਾਂਹ ਸੁੱਕ ਜਾਂਦੀ ਹੈ, ਉਹਨਾਂ ਨੂੰ ਲੁੰਜੇ ਕਿਹਾ ਜਾਂਦਾ ਹੈ। ਸੁੱਕੀ ਬਾਂਹ ਵਾਲੇ ਬਹੁਤ ਨੇ। ਕੋੜੀ ਜਾਣੇ, ਕਈ ਕੋੜੀ ਜਾਣੇ ਜਾਂਦੇ ਹੈ, ਕੋੜ ਦਾ ਰੋਗ ਜਿਨ੍ਹਾਂ ਨੂੰ ਹੋਇਆ ਹੈ। ਕਿਤੜੇ ਲੂਲੇ ਪਿੰਗੋਲੇ, ਕਿਤੜੇ ਕੁੱਬੇ ਹੋਏ ਕੁੜਾਣੇ। ਕਿਤਨੇ ਹੀ ਲੂਲੇ ਹੈ ਅਤੇ ਕਿਤਨੇ ਹੀ ਪਿੰਗਲੇ ਹਨ। ਲੂਲੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀਆਂ ਲੱਤਾਂ ਅਤੇ ਪੈਰ ਕੰਮ ਨਹੀਂ ਕਰਦੇ, ਅਤੇ ਪਿੰਗਲੇ ਜਿਨ੍ਹਾਂ ਦੇ ਨਾ ਹੱਥ ਕੰਮ ਕਰਦੇ ਆ, ਨਾ ਲੱਤਾਂ ਪੈਰ, ਦੋਵੇਂ ਹੀ ਕੰਮ ਨਹੀਂ ਕਰਦੇ, ਨਾ ਹੱਥ ਨਾ ਲੱਤਾਂ। ਸੋ ਭਾਈ ਸਾਹਿਬ ਜੀ ਕਹਿੰਦੇ ਕਿਤਨੇ ਹੀ ਲੋਕ ਲੂਲੇ ਹੈ, ਕਈ ਪਿੰਗਲੇ ਹੈ। ਕਿਤੜੇ ਕੁੱਬੇ, ਅਤੇ ਕਈ ਲੋਕ ਕਿਸੇ ਰੋਗ ਕਰਕੇ ਕੁੱਬੇ ਹੋ ਗਏ, ਕੁੱਬ ਨਿਕਲ ਆਇਆ ਉਹਨਾਂ ਦਾ। ਸੋ ਕੁੱਬੇ, ਜਿਸ ਦੀ ਪਿੱਠ ਰੋਗ ਦੇ ਨਾਲ ਬਾਹਰ ਨਿਕਲ ਪਏ, ਉਹਨੂੰ ਕੁੱਬਾ ਕਿਹਾ ਜਾਂਦਾ। ਕਿਤੜੇ ਹਨ। ਹੋਏ ਕੁੜਾਣੇ, ਅਤੇ ਕੁੜਾਣੇ ਲੋਕ ਬਹੁਤ ਨੇ। ਕੁੜਾਣੇ ਕਹਿੰਦੇ ਹੈ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ, ਅਤੇ ਵੱਡੀ ਉਮਰ ਹੋਣ ਕਰਕੇ ਲੱਕੋਂ ਦੂਰੇ ਹੋ ਜਾਂਦੇ ਹੈ, ਬਿਲਕੁਲ ਝੁਕ ਜਾਂਦੇ ਹੈ ਕਮਾਨ ਵਾਂਗ। ਐਸੇ ਲੋਕ ਬਹੁਤ ਹਨ। ਕਿਤੜੇ ਖੁਸਰੇ ਹੀਜੜੇ,
ਕੇਤੜਿਆਂ ਗੁੰਗੇ ਤੁਤ ਲਾਣੇ। ਕਿਤਨੇ ਹੀ ਲੋਕ ਸੰਸਾਰ ਦੇ ਵਿੱਚ ਖੁਸਰੇ ਹੈ, ਕਿਤਨੇ ਹੀ ਹੀਜੜੇ ਹਨ। ਕੁਦਰਤੀ ਜਦੋਂ ਜਨਮ ਹੁੰਦਾ ਹੈ, ਨਾ ਪੁਰਸ਼ ਵਾਲੇ ਨਾ ਇਸਤਰੀ ਵਾਲੇ ਉਹਨਾਂ ਦੇ ਅੰਗ ਨੇ। ਹੀਜੜੇ ਸੰਸਾਰ ਦੇ ਵਿੱਚ ਬਹੁਤ ਹਨ ਔਰ ਖੁਸਰੇ ਸੰਸਾਰ ਦੇ ਵਿੱਚ ਬਹੁਤ ਹਨ। ਸੰਸਾਰ ਦੇ ਵਿੱਚ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਖੁਸਰੇ ਬਣਾਇਆ ਜਾਂਦਾ ਹੈ। ਕਈ ਕੁਦਰਤੀ ਹੁੰਦੇ ਹੈ, ਇਹ ਦੋਵੇਂ ਤਰ੍ਹਾਂ ਦੇ ਹੁੰਦੇ। ਮੁਸਲਮਾਨਾਂ ਖਾਸ ਕਰਕੇ ਮੁਗਲ ਕਾਲ ਵੇਲੇ ਨਾ ਜਿਹੜੇ ਮੁਸਲਿਮ ਰਾਜਿਆਂ ਦੇ ਹਰਮ ਹੁੰਦੇ ਸੀ, ਜਿੱਥੇ ਰਾਣੀਆਂ ਰਹਿੰਦੀਆਂ ਸੀ, ਉੱਥੇ ਜਿਹੜੇ ਸਿਪਾਹੀ ਦਰੋਗੇ ਹੁੰਦੇ ਸੀ, ਜਾਂ ਤਾਂ ਉਹਨਾਂ ਨੂੰ ਖੁਸਰੇ ਬਣਾ ਕੇ ਉੱਥੇ ਪਹਿਰੇਦਾਰੀ 'ਤੇ ਰੱਖਿਆ ਜਾਂਦਾ ਸੀ, ਜਾਂ ਜਿਹੜੇ ਕੁਦਰਤੀ ਹੁੰਦੇ ਸਨ ਉਹਨਾਂ ਨੂੰ ਹੀ ਉਹ ਦਰੋਗੇ ਅਤੇ ਸਿਪਾਹੀ, ਇਹ ਮੁਸਲਮਾਨ ਰਾਜ ਵੇਲੇ ਮੁਗਲ ਕਾਲ ਵੇਲੇ ਹੁੰਦਾ ਸੀ। ਸ਼ਾਇਦ ਆਪ ਜਾਣਦੇ ਹੋਵੋ। ਸੋ ਅਨੇਕਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਖੁਸਰੇ ਹੀ ਜਿਹੜੇ ਹੈ। ਕੇਤੜਿਆਂ ਗੁੰਗੇ ਤੁਤ ਲਾਣੇ, ਕਿਤਨੇ ਹੀ ਗੂੰਗੇ ਹੈ ਜਿਹੜੇ ਬੋਲ ਹੀ ਨਹੀਂ ਸਕਦੇ। ਤੁਤ ਲਾਣੇ, ਕਿਤਨੇ ਹੀ ਤੁਤ ਲਾਣੇ, ਤੋਤਲਾ ਬੋਲਦੇ ਹੈ, ਅੱਖਰਾਂ ਨੂੰ ਸਪਸ਼ਟ ਨਹੀਂ ਬੋਲ ਪਾਉਂਦੇ। ਜਿਵੇਂ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਪਹਿਲੋਂ ਉਹ ਤੋਤਲਾ ਬੋਲਦਾ ਹੈ, ਫਿਰ ਉਹਦਾ ਬੋਲ ਸ਼ੁੱਧ ਹੋ ਜਾਂਦਾ ਹੈ। ਸੋ ਤੁਤ ਲਾਣੇ ਜੋ ਥਥਲਾ ਕੇ ਬੋਲਦੇ ਆ, ਉਹ ਕਿਤਨੇ ਹੀ ਹਨ। ਗੁਰਪੂਰੇ ਬਿਨ ਆਵਣ ਜਾਣੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਪੂਰੇ ਗੁਰੂ ਤੋਂ ਬਿਨਾਂ ਐਸੇ ਆਉਣ ਜਾਣ ਬਣੇ ਰਹਿੰਦੇ ਹੈ। ਸਮਰੱਥ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪੇ ਤੋਂ ਬਗੈਰ ਕਈ ਆਉਂਦੇ ਹੈ, ਕਈ ਜਾਂਦੇ ਹੈ, ਕਈ ਪੂਰਬਲੇ ਕਰਮਾਂ ਕਰਕੇ ਐਸੀਆਂ ਬੱਜਾਂ ਉਹਨਾਂ ਦੇ ਸਰੀਰਾਂ ਦੇ ਵਿੱਚ, ਇਹ ਕਰਮਾਂ ਦਾ ਫਲ ਹੈ। ਸੋ ਮਾਲਕ ਨੇ ਹੁਣ ਮਨੁੱਖਾ ਜਨਮ ਬਖਸ਼ਿਆ ਅਤੇ ਹੁਣ ਗੁਰੂ ਦੀ ਚਰਨ ਸ਼ਰਨ ਪੈ ਕੇ ਭਾਈ ਗੁਰਦਾਸ ਜੀ ਕਹਿੰਦੇ ਇਹਨੂੰ ਸਫਲ ਬਣਾਓ। ਇਸ ਤੋਂ ਅਗਲੀਆਂ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਹੋਰ ਗਿਣਤੀ ਕਰਦੇ ਹੈ। 19ਵੀਂ ਅਤੇ 20ਵੀਂ ਪੌੜੀ ਜਿਹੜੀ ਹੈ, ਇਹਨਾਂ ਦੋ ਪੌੜੀਆਂ ਵਿੱਚ ਜਿਹੜੇ ਪਾਤਸ਼ਾਹੀ ਮਨਸਬਦਾਰ ਸੇਵਕ ਹੁੰਦੇ ਆ ਉਹਨਾਂ ਦੀ ਗਿਣਤੀ ਕਰਦੇ ਹੈ। ਅਤੇ ਫਿਰ ਇਸ ਤੋਂ ਅਗਲੀਆਂ ਜਿਹੜੀਆਂ 3 ਪੌੜੀਆਂ ਉਹਨਾਂ ਵਿੱਚ ਵਪਾਰੀਆਂ ਕਾਰੀਗਰਾਂ ਦੀ ਗਿਣਤੀ ਕਰਦੇ ਹੈ। ਅਖੀਰ ਜਿਹੜੀ 4ਵੀਂ ਪੌੜੀ ਹੈ ਉਹਦੇ ਵਿੱਚ ਜਾ ਕੇ ਫਿਰ ਸਿਧਾਂਤ ਖੋਲ੍ਹਦੇ ਹੈ। ਹੁਣ ਜਿਹੜੇ ਪਾਤਸ਼ਾਹੀ ਰਾਜਿਆਂ ਮਹਾਰਾਜਿਆਂ ਦੇ ਸੇਵਕ ਮਨਸਬਦਾਰ ਅਹੁਦੇਦਾਰ ਉਹਨਾਂ ਦੀ ਗਿਣਤੀ ਕਰ ਰਹੇ ਹੈ। ਕੇਤੜਿਆਂ ਪਤਸਾਹ ਜਗ, ਕਿਤੜੇ ਮਸਲਤ ਕਰਨ ਵਜੀਰਾ। ਭਾਈ ਸਾਹਿਬ ਜੀ ਫਰਮਾਉਂਦੇ, ਕਿਤਨੇ ਹੀ ਪਾਤਸ਼ਾਹ ਸੰਸਾਰ ਦੇ ਵਿੱਚ ਹਨ। ਤਖਤ ਦੇ ਮਾਲਕ ਨੇ, ਧਰਤੀ ਦੇ ਕਿਸੇ ਖਿੱਤੇ ਦੇ ਉਹ ਮਹਾਰਾਜੇ ਹਨ। ਕਿਤੜੇ ਹੀ, ਕਿਤਨੇ ਹੀ ਪਾਤਸ਼ਾਹ ਨੇ ਸੰਸਾਰ ਵਿੱਚ। ਕਿਤੜੇ ਮਸਲਤ ਕਰਨ ਵਜ਼ੀਰਾ, ਕਿਤਨੇ ਹੀ ਉਹਨਾਂ ਦੇ ਵਜ਼ੀਰ ਹਨ ਜਿਨ੍ਹਾਂ ਦੇ ਨਾਲ ਉਹ ਸਲਾਹ ਕਰਦੇ ਹੈ, ਸਲਾਹ ਮਸ਼ਵਰਾ ਕਰਦੇ ਹੈ। ਸੋ ਸਲਾਹਕਾਰ ਜਿਹੜੇ ਵਜ਼ੀਰ ਨੇ ਕਿਤਨੇ ਹੀ ਦੁਨੀਆ ਵਿੱਚ ਹਨ। ਕੇਤੜਿਆਂ ਉਮਰਾਓ ਲੱਖ, ਮਨਸਬਦਾਰ ਹਜ਼ਾਰ ਵਡੀਰਾ। ਕਿਤਨੇ ਹੀ ਲੱਖਾਂ ਉਮਰਾਵ ਅਮੀਰ ਹਨ, ਮਨਸਬਦਾਰ ਹਜ਼ਾਰ ਵਡੀਰਾ, ਅਤੇ ਕਿਤਨੇ ਹੀ ਮਨਸਬਦਾਰ ਅਹੁਦੇਦਾਰ ਹਨ ਜਿਹੜੇ ਰਾਜਿਆਂ ਨੇ ਅੱਗੇ ਅਹੁਦੇਦਾਰ ਰੱਖੇ ਹੈ। ਹਜ਼ਾਰ ਵਡੀਰਾ, ਅਤੇ ਹਜ਼ਾਰਾਂ ਹੀ ਵੱਡੇ ਰੁਤਬਿਆਂ ਵਾਲੇ ਹਨ। ਹਿਕਮਤ ਵਿੱਚ ਹਕੀਮ ਲੱਖ, ਕਿਤੜੇ ਤਰਕਸ ਬੰਦ ਅਮੀਰਾ। ਹਿਕਮਤ ਦੇ ਵਿੱਚ ਜਿਹੜੇ ਨਿਪੁੰਨ ਹਨ, ਲੱਖਾਂ ਹੀ ਹਕੀਮ ਹਨ ਜਿਹੜੇ ਹਿਕਮਤ ਕਰਦੇ ਹੈ, ਦਾਨਾਈ ਵਾਲੇ ਹੈ, ਸਿਆਣੇ ਹੈ, ਰੋਗ ਨੂੰ ਜਾਣਦੇ ਹੈ, ਵੇਖ ਕੇ ਵੀ ਦੱਸ ਦਿੰਦੇ ਹੈ, ਔਰ ਹੱਥ ਦੀ ਬਾਂਹ ਦੀ ਨਬਜ਼ ਟਟੋਲ ਕੇ ਵੇਖ ਕੇ ਦੱਸ ਦਿੰਦੇ ਹੈ ਤੈਨੂੰ ਕਿਹੜਾ ਰੋਗ ਹੈ।
ਵਾਤ ਪਿੱਤ ਕਾਫੇ ਦੇ ਵਿੱਚੋਂ ਕਿਹੜਾ ਹੈ ਉਹ ਦੱਸਦੇ ਹੈ। ਸੋ ਲੱਖਾਂ ਹੀ ਹਕੀਮ ਹਿਕਮਤ ਵਾਲੇ ਹੈ, ਜਿਹੜੇ ਹਿਕਮਤ ਦੇ ਵਿੱਚ ਸਿਆਣੇ ਹੈ। ਕਿਤੜੇ ਤਰਕਸ ਬੰਦ ਅਮੀਰਾ, ਇਸੇ ਤਰ੍ਹਾਂ ਕਿਤਨੇ ਹੀ ਲੋਕ ਤਰਕਸ਼ ਬੰਦ, ਧਨੁਸ਼ਧਾਰੀ ਹੈ, ਤੀਰਾਂ ਵਾਲਾ ਪੱਥਾ ਜਿਨ੍ਹਾਂ ਨੇ ਪਾਇਆ ਹੁੰਦਾ ਹੈ, ਕਮਾਨ ਹੱਥ ਵਿੱਚ ਫੜੀ ਹੈ, ਤੀਰਅੰਦਾਜ਼ ਬੜੇ ਵਧੀਆ ਨੇ। ਅਨੇਕਾਂ ਹੀ ਐਸੇ ਧਨੁਸ਼ਧਾਰੀ ਅਮੀਰ ਲੋਕ ਹਨ। ਕਿਤੜੇ ਚਾਕਰ ਚਾਕਰੀ, ਭੋਈ ਮੇਠ ਮਹਾਵਤ ਮੀਰਾ। ਕਿਤਨੇ ਹੀ ਲੋਕ ਚਾਕਰੀ ਕਰਨ ਵਾਲੇ ਚਾਕਰ ਹਨ, ਭਾਵ ਨੌਕਰੀ ਕਰਨ ਵਾਲੇ ਨੌਕਰ ਕਿਤਨੇ ਹੀ ਹਨ। ਭੋਈ ਮੇਠ ਮਹਾਵਤ ਮੀਰਾ, ਇਸੇ ਤਰ੍ਹਾਂ ਭੋਈ ਜਿਹੜੇ ਘਾਹੀ ਹਨ, ਖਾਸ ਕਰਕੇ ਜਿਹੜੇ ਪਾਤਸ਼ਾਹ ਦੇ ਘੋੜੇ ਹੁੰਦੇ ਸਨ, ਉਹਨਾਂ ਵਾਸਤੇ ਖਾਸ ਘਾਹੀ ਰੱਖੇ ਹੁੰਦੇ ਸੀ। ਉਹ ਘਾਹ ਲੈ ਕੇ ਆਉਂਦੇ ਸੀ ਵਧੀਆ ਘੋੜਿਆਂ ਨੂੰ ਪਾਉਣ ਵਾਸਤੇ। ਸੋ ਭੋਈ, ਭਾਈ ਗੁਰਦਾਸ ਜੀ ਕਹਿੰਦੇ ਘਾਈ ਬਹੁਤ ਨੇ। ਮੇਠ, ਮੇਠ ਕਹਿੰਦੇ ਆ ਜਿਹੜੇ ਪਾਤਸ਼ਾਹੀ ਘੋੜਿਆਂ ਦਾ ਤਬੇਲਾ ਹੁੰਦਾ ਸੀ ਨਾ, ਉਹਦੇ ਜਿਹੜੇ ਅਫਸਰ ਹੁੰਦੇ ਸੀ, ਸਾਰੀ ਦੇਖ ਰੇਖ ਕਰਨੀ, ਘੋੜਿਆਂ ਨੂੰ ਦਾਣਾ ਘਾਹ ਠੀਕ ਪੈ ਰਿਹਾ ਹੈ, ਖੁਰਾਕ ਇਹਨਾਂ ਦੀ ਮਿਲ ਰਹੀ ਹੈ, ਕੋਈ ਰੋਗ ਤਾਂ ਨਹੀਂ। ਸੋ ਫਿਰ ਇਹ ਸਾਰਾ ਦੇਖ ਰੇਖ ਕਰਨ ਵਾਲੇ ਤਬੇਲਿਆਂ ਦੇ ਜਿਹੜੇ ਉੱਥੇ ਕੰਮ ਕਰਨ ਵਾਲੇ ਮੇਠ ਕਿਤਨੇ ਹੀ ਹਨ। ਮਹਾਵਤ ਮੀਰਾ, ਮਹਾਵਤ ਜਿਹੜੇ ਹਾਥੀ ਨੂੰ ਤੋਰਨ ਵਾਲੇ ਹੁੰਦੇ ਹੈ, ਮਹਾਵਤ ਕਿਤੜੇ ਹੀ ਹਨ। ਸੋ ਮੀਰਾ, ਅਨੇਕਾਂ ਹੀ ਜਿਹੜੇ ਸੈਯਦ ਵੀ ਹਨ, ਅਥਵਾ ਮੀਰ ਕਹਿੰਦੇ ਜਿਹੜੇ ਸਰਦਾਰ ਹਨ, ਅਫਸਰ। ਜਿਵੇਂ ਸ਼ਿਕਾਰ ਖੇਡਦੇ ਸਨ ਰਾਜੇ ਮਹਾਰਾਜੇ, ਅਤੇ ਸ਼ਿਕਾਰ ਖੇਡਦਿਆਂ ਜਿਹੜੇ ਨਾਲ ਜਾਂਦੇ ਸੀ, ਮਾਹਰ ਹੁੰਦੇ ਸਨ, ਅਫਸਰ ਹੁੰਦੇ ਸਨ, ਉਦੋਂ ਉਹਨਾਂ ਨੂੰ ਮੀਰ ਸ਼ਿਕਾਰੀ ਕਿਹਾ ਜਾਂਦਾ ਸੀ। ਜਿਹੜੇ ਇਮਾਰਤਾਂ ਬਣਾਉਂਦੇ ਸੀ, ਮੀਰ ਇਮਾਰਤ ਉਹਨਾਂ ਨੂੰ ਕਿਹਾ ਜਾਂਦਾ ਸੀ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਇਹ ਕਿਤਨੇ ਹੀ ਹਨ। ਲੱਖ ਫਰਾਸ਼ ਲੱਖ ਸਾਰਵਾਨ, ਮੀਰਾ ਖੋਰ ਸਈਸ ਵਹੀਰਾ। ਲੱਖਾਂ ਹੀ ਫਰਾਸ਼ ਹਨ। ਫਰਾਸ਼ ਜਿਹੜੇ ਨਾ ਵਿਛਾਈ ਕਰਦੇ ਹੈ, ਜਿਨ੍ਹਾਂ ਨੇ ਚੰਗੀ ਤਰ੍ਹਾਂ, ਜਿੱਥੇ ਮਹਾਰਾਜੇ ਨੇ ਪਾਤਸ਼ਾਹ ਨੇ ਬੈਠਣਾ ਹੁੰਦਾ ਸੀ, ਉੱਥੇ ਸਿੰਘਾਸਨ ਤਿਆਰ ਕਰਨਾ ਹੁੰਦਾ ਸੀ, ਅਤੇ ਮਹਾਰਾਜੇ ਦੇ ਕੋਲ ਫਿਰ ਵਜ਼ੀਰਾਂ ਨੇ ਬੈਠਣਾ, ਉਹਨਾਂ ਦੀਆਂ ਕੁਰਸੀਆਂ ਕਿੱਥੇ ਲਾਉਣੀਆਂ। ਅੱਜ ਵੀ ਇਹ ਚੱਲਦਾ ਹੈ। ਜਦੋਂ ਕੋਈ ਵੱਡੇ ਲੀਡਰ ਆਉਂਦੇ ਹੈ ਨਾ, ਅਤੇ ਉਹਨਾਂ ਲੋਕ ਕਿਹਦੀ ਕੁਰਸੀ ਕਿੱਥੇ ਹੈ, ਕਿਹਨੇ ਕਿੱਥੇ ਬਹਿਣਾ ਹੈ, ਜਿਵੇਂ ਜਿਵੇਂ ਅਹੁਦਾ ਹੁੰਦਾ ਹੈ ਉਸ ਤਰ੍ਹਾਂ ਉਹ ਕੁਰਸੀਆਂ ਲਾਉਂਦੇ ਹੈ। ਸੋ ਫਰਾਸ਼ ਜਿਹੜੇ ਫਰਸ਼ ਕਰਨ ਵਾਲੇ ਹੈ, ਜਿਹੜੇ ਵਿਛਾਈ ਕਰਨ ਵਾਲੇ ਲੋਕ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹ ਬਹੁਤ ਨੇ। ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਨ ਜਾਂਦੇ ਹੋ, ਉੱਥੇ ਜਿਹੜੇ ਕੁਝ ਸਿੰਘ ਨੇ ਜਿਨ੍ਹਾਂ ਦੀ ਡਿਊਟੀ ਫਰਾਸ਼ ਦੀ ਹੈ, ਫਰਾਸ਼ ਕਿਹਾ ਜਾਂਦਾ ਉਹਨਾਂ ਨੂੰ, ਗੁਰੂ ਰਾਮਦਾਸ ਦੇ ਦਰ ਦੇ ਫਰਾਸ਼, ਜਿਹੜੇ ਸਾਰਾ ਸਿੰਘਾਸਨ ਸਜਾਉਂਦੇ ਹੈ। ਸ਼ਾਮ ਨੂੰ ਜਦੋਂ ਸਮਾਪਤੀ ਹੁੰਦੀ ਹੈ, ਮਹਾਰਾਜ ਦੇ ਸੁਖਾਸਨ ਹੋ ਜਾਂਦੇ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਸਾਰਾ ਇਸ਼ਨਾਨ ਕਰਵਾਇਆ ਜਾਂਦਾ ਹੈ। ਫਿਰ ਗਲੀਚੇ ਚਾਦਰਾਂ ਵਿਛਾਈਆਂ ਜਾਂਦੀਆਂ ਨੇ, ਸਤਿਗੁਰੂ ਦਾ ਸਿੰਘਾਸਨ ਲਾਇਆ ਜਾਂਦਾ ਹੈ, ਫਰਾਸ਼ ਲਾਉਂਦੇ ਹੈ। ਸੋ ਕਿਤਨੇ ਹੀ ਲੱਖਾਂ ਫਰਾਸ਼ ਹਨ, ਲੱਖ ਸਾਰਵਾਨ, ਅਤੇ ਲੱਖਾਂ ਹੀ ਜਿਹੜੇ ਸਾਰਵਾਨ ਨੇ ਪਾਤਸ਼ਾਹਾਂ ਦੇ, ਜਿਹੜੇ ਊਠ ਚਲਾਉਣ ਵਾਲੇ ਹੈ। ਨਾਲੇ ਉਹ ਊਠਾਂ ਦੀ ਦੇਖ ਰੇਖ ਕਰਦੇ ਹੈ, ਨਾਲੇ ਉਹ ਊਠਾਂ ਨੂੰ ਚਲਾਉਂਦੇ ਹੈ, ਭਜਾਉਂਦੇ ਹੈ। ਮੀਰਾ ਖੋਰ ਸਈਸ ਵਹੀਰਾ, ਮੀਰਾ ਖੋਰ ਜਿਹੜੇ ਘੋੜਿਆਂ ਦੇ ਅਫਸਰ, ਉਹ ਵੀ ਲੱਖਾਂ ਨੇ। ਸਈਸ ਕਹਿੰਦੇ ਨੇ ਨਿਗਰਾਨੀ ਕਰਨ ਵਾਲੇ ਜਿਹੜੇ ਹੈ, ਉਹ ਵੀ ਬਹੁਤ ਹਨ। ਵਹੀਰਾ ਦਾ ਅਰਥ ਬਹੁਤੇ। ਸੋ ਬਹੁਤੇ ਨਿਗਰਾਨੀ ਕਰਨ ਵਾਲੇ, ਘੋੜਿਆਂ ਦੇ ਅਫਸਰ,
ਊਠਾਂ ਨੂੰ ਚਲਾਉਣ ਵਾਲੇ ਲੱਖਾਂ ਹੀ ਹਨ। ਕਿਤੜੇ ਲੱਖ ਜਲੇਬਦਾਰ, ਗਾਡੀ ਵਾਨ ਚਲਾਏ ਗਡੀਰਾ। ਕਿਤਨੇ ਲੱਖਾਂ ਜਲੇਬਦਾਰ ਕਹਿੰਦੇ ਨੇ ਪਾਤਸ਼ਾਹੀ ਸਵਾਰੀ ਦੇ ਅਫਸਰ ਜਿਹੜੇ ਹੁੰਦੇ ਆ। ਜਦੋਂ ਪਾਤਸ਼ਾਹ ਨੇ ਕਿਸੇ ਮਹਾਰਾਜੇ ਚੱਕਰਵਰਤੀ ਪਾਤਸ਼ਾਹ ਨੇ ਜਾਣਾ ਹੁੰਦਾ ਸੀ ਤਾਂ ਅਸਵਾਰੀ ਦੀ ਤਿਆਰੀ ਕਰਨੀ। ਸੋ ਲੱਖਾਂ ਹੀ ਨੇ। ਕਿਤੜੇ ਲੱਖ ਜਲੇਬਦਾਰ, ਗਾਡੀਵਾਨ ਚਲਾਏ ਗਡੀਰਾ। ਸੋ ਗੱਡੀਆਂ ਨੂੰ ਚਲਾਉਣ ਵਾਲੇ ਗਾਡੀਵਾਨ ਲੱਖਾਂ ਹੀ ਹਨ। ਛੜੀਦਾਰ ਦਰਵਾਨ ਖਲੀਰਾ। ਛੜੀਦਾਰ ਜਿਹੜੇ ਚੋਬ ਫੜ ਕੇ ਖੜਨ ਵਾਲੇ ਦਰਵਾਜ਼ਿਆਂ 'ਤੇ, ਉਹਨਾਂ ਦੇ ਹੱਥਾਂ ਵਿੱਚ ਚੋਬਾਂ ਹੁੰਦੀਆਂ ਸੀ। ਕਈਆਂ ਦੀਆਂ ਚੋਬਾਂ ਨੂੰ, ਕਈਆਂ ਦੀਆਂ ਚਾਂਦੀ ਦੀਆਂ, ਕਈਆਂ ਦੇ ਵਿੱਚ ਸੋਨਾ ਲੱਗਾ ਹੁੰਦਾ ਸੀ। ਸੋ ਜਿਹੜੇ ਛੜੀਦਾਰ ਨੇ, ਚੋਬਦਾਰ ਹਨ। ਦਰਵਾਨ ਜਿਹੜੇ ਦਰਵਾਜ਼ੇ 'ਤੇ ਖਲੋਂਦੇ ਹੈ, ਪਹਿਰੇ 'ਤੇ ਖਲੋਂਦੇ ਹੈ। ਖਲੀਰਾ, ਖਲੀਰਾ ਕਹਿੰਦੇ ਆ ਜਿਹੜੇ ਪਾਤਸ਼ਾਹਾਂ ਨੂੰ ਹਸਾਉਣ ਵਾਲੇ ਹੁੰਦੇ ਸਨ, ਮਖੌਲੀਏ। ਸੋ ਖਲੀਰਾ ਐਸੇ ਵੀ ਬਹੁਤ ਹਨ ਸੰਸਾਰ ਦੇ ਵਿੱਚ। ਕਿਤੜੇ ਲੱਖ ਨਗਾਰਚੀ। ਹੁਣ ਅਗਲੀ 20ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਕਿਤਨੇ ਲੱਖਾਂ ਹੀ ਨਗਾਰਚੀ ਹਨ, ਨਗਾਰਾ ਵਜਾਉਣ ਵਾਲੇ। ਕੇਤੜਿਆਂ ਢੋਲੀ ਸਹਿਨਾਈ। ਕਿਤਨੇ ਹੀ ਢੋਲ ਵਜਾਉਣ ਵਾਲੇ, ਕਿਤਨੇ ਸ਼ਹਿਨਾਈਆਂ, ਤੂਤੀਆਂ ਵਜਾਉਣ ਵਾਲੇ ਹੈ। ਕੇਤੜਿਆਂ ਹੀ ਤਾਇਫੇ, ਢਾਡੀ ਬੱਚੇ ਕਲਾਵਤ ਗਾਈ। ਕਿਤਨੇ ਹੀ ਤਾਇਫੇ, ਤਾਇਫੇ ਜਿਹੜੇ ਆਪਣੇ ਗਾਉਣ ਨੱਚਣ ਵਾਲਿਆਂ ਦੇ ਟੋਲੇ ਹੁੰਦੇ ਆ, ਤਾਇਫੇ ਕਿਹਾ ਜਾਂਦਾ। ਕਿਤਨੇ ਹੀ ਤਾਇਫੇ ਹਨ, ਗਾਉਣ ਨੱਚਣ ਵਾਲਿਆਂ ਦੇ ਟੋਲੇ ਹੈ। ਢਾਡੀ ਬੱਚੇ ਕਲਾਵਤ ਗਾਈ। ਇਸੇ ਤਰ੍ਹਾਂ ਕਈ ਢਾਡੀਆਂ ਦੇ ਬੱਚੇ, ਕਲਾਵਤ ਜਿਹੜੇ ਰਾਗ ਵਿਦਿਆ ਨੂੰ ਜਾਣਨ ਵਾਲੇ ਹੈ, ਗਾਉਣ ਵਾਲੇ, ਕਿਤਨੇ ਹੀ ਹਨ। ਕੇਤੜਿਆਂ ਬਹਿਰੂਪੀਏ, ਬਾਜੀ ਗਰ ਲਖ ਭੰਡ ਅਤਾਈ। ਕਿਤਨੇ ਹੀ ਬਹਿਰੂਪੀਏ ਹਨ, ਸਵਾਂਗ ਰਚਣ ਵਾਲੇ, ਤਰ੍ਹਾਂ ਤਰ੍ਹਾਂ ਦਾ ਜਿਹੜਾ ਰੂਪ ਧਾਰ ਲੈਂਦੇ ਆ, ਸਵਾਂਗ ਰਚ ਲੈਂਦੇ ਆ, ਕਿਤਨੇ ਹੀ ਹਨ। ਬਾਜੀਗਰ ਲੱਖ ਭੰਡ ਅਤਾਈ। ਲੱਖਾਂ ਬਾਜੀਗਰ, ਬਾਜੀਆਂ ਪਾਉਣ ਵਾਲੇ, ਭੰਡ ਹਨ। ਔਰ ਇਸੇ ਤਰ੍ਹਾਂ ਅਤਾਈ, ਅਤਾਈ ਉਹ ਲੋਕ ਜਿਹੜੇ ਰੁਜ਼ਗਾਰ ਵਾਸਤੇ ਕੰਮ ਨਹੀਂ ਕਰਦੇ, ਸ਼ੌਂਕ ਵਾਸਤੇ ਕਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਅਤਾਈ ਹਨ। ਕਿਤੜੇ ਲੱਖ ਮਸਾਲਚੀ, ਸ਼ਮਾ ਚਰਾਗ ਕਰਨ ਰੁਸਨਾਈ। ਕਿਤਨੇ ਲੱਖਾਂ ਹੀ ਮਸਾਲਚੀ ਹਨ, ਮਸਾਲਾਂ ਫੜ ਕੇ ਚੱਲਣ ਵਾਲੇ, ਅਤੇ ਸ਼ਮਾ ਚਿਰਾਗ ਕਰਨ ਰੋਸ਼ਨਾਈ। ਸ਼ਮਾ ਬਾਲਦੇ ਹੈ, ਮੋਮਬੱਤੀਆਂ, ਚਿਰਾਗ, ਦੀਵੇ ਬਾਲ ਕੇ ਰੌਸ਼ਨੀ ਕਰਦੇ, ਚਾਨਣ ਕਰਦੇ ਹੈ। ਪੁਰਾਣੇ ਸਮੇਂ ਵਿੱਚ ਰਾਤ ਵੇਲੇ ਜਦੋਂ ਕਿਤੇ ਜਾਣਾ ਹੁੰਦਾ ਸੀ, ਉਹ ਮਸਾਲਾਂ ਹੱਥ ਵਿੱਚ ਫੜ ਕੇ ਚਾਨਣ ਲੈ ਕਰਕੇ ਨਾ ਅੱਗੇ ਤੁਰਦੇ ਹੁੰਦੇ ਸੀ। ਸੋ ਮਸਾਲਚੀ ਲੱਖਾਂ ਹੀ ਨੇ, ਸ਼ਮਾ ਬਾਲ ਕੇ, ਦੀਵੇ ਬਾਲ ਕੇ ਰੁਸ਼ਨਾਈ, ਚਾਨਣ ਕਰਦੇ ਹੈ। ਕੇਤੜਿਆਂ ਹੀ ਕੋਰਚੀ, ਆਮਲ ਪੋਸ਼ ਸਿਲਹ ਸੁਖਦਾਈ। ਕਿਤਨੇ ਹੀ ਲੋਕ ਜਿਹੜੇ ਆ ਉਹ ਕੋਰਚੀ, ਬਾਦਸ਼ਾਹਾਂ ਦੇ ਦਰਬਾਰ ਦਾ ਜਿਹੜੇ ਪ੍ਰਬੰਧ ਕਰਦੇ ਹੈ ਨਾ, ਉਹਨਾਂ ਨੂੰ ਕੋਰਚੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਕਈ ਉਹ ਲੋਕ ਨੇ ਜਿਹੜੇ ਕੋਰਚੀ, ਬਾਦਸ਼ਾਹਾਂ ਦੇ ਦਰਬਾਰ ਦੇ ਪ੍ਰਬੰਧ ਕਰਨ ਵਾਲੇ, ਇਹ ਵੀ ਕਈ ਹਨ। ਆਮਲ, ਜਿਹੜੇ ਆਮਲ ਕਰਮਚਾਰੀ ਹਨ, ਬਾਦਸ਼ਾਹਾਂ ਦੇ ਦਰਬਾਰ ਦਾ ਪ੍ਰਬੰਧ, ਇੱਕ ਹੇਠਾਂ ਕੰਮ ਕਰਨ ਵਾਲੇ, ਇੱਕ ਫਿਰ ਉਹਨਾਂ ਦੇ ਉੱਤੇ ਜਿਹੜੇ ਹਾਕਮ ਵੇਖਣ ਵਾਲੇ ਹੁੰਦੇ ਹੈ। ਸੋ ਇਸ ਤਰ੍ਹਾਂ ਆਮਲ ਲੋਕ ਜਿਹੜੇ ਹੈ ਉਹ ਬਹੁਤ ਨੇ। ਪੋਸ਼ ਸਿਲਹ ਸੁਖਦਾਈ, ਸਿਲਹਾ ਪੋਸ਼, ਜਿਹੜੇ ਲੋਕ ਸੰਜੋ ਤਨ 'ਤੇ ਪਹਿਨਣ ਵਾਲੇ ਹੈ, ਤਨ ਦੇ ਉੱਤੇ ਲੋਹੇ ਦੀ ਜਾਲੀ ਸੰਜੋ ਪਹਿਨਣ ਵਾਲੇ ਕਈ ਹਨ। ਸੁਖਦਾਈ, ਕਈ ਸੁੱਖਾਂ ਨੂੰ ਦੇਣ ਵਾਲੇ ਹੈ। ਕੇਤੜਿਆਂ ਹੀ ਆਬਦਾਰ, ਕਿਤੜੇ ਬਾਵਰਚੀ ਨਾ ਨਵਾਈ। ਕਿਤਨੇ ਹੀ ਆਬਦਾਰ, ਜਿਹੜੇ ਪਾਤਸ਼ਾਹਾਂ ਨੂੰ ਪਾਣੀ ਪਿਆਉਣ ਵਾਲੇ,
ਲੱਸੀ ਬਣਾ ਕੇ ਪਿਆਉਣ ਵਾਲੇ। ਸੋ ਆਬਦਾਰ ਉਹ ਲੱਸੀ ਪਿਆਉਣ ਵਾਲੇ ਕਿਤਨੇ ਹੀ ਹਨ। ਕਿਤੜੇ ਬਾਵਰਚੀ, ਕਿਤਨੇ ਹੀ ਬਾਵਰਚੀ ਰਸੋਈਏ ਜਿਹੜੇ ਰਾਜਿਆਂ ਦਾ ਮਹਾਰਾਜਿਆਂ ਦਾ ਭੋਜਨ ਤਿਆਰ ਕਰਦੇ ਕਿਤਨੇ ਹੀ ਹਨ। ਨਾਨ ਵਾਈ ਰੋਟੀਆਂ ਪਕਾਉਣ ਵਾਲੇ, ਨਾਨ ਬਣਾਉਣ ਵਾਲੇ, ਸੋ ਕਿਤਨੇ ਹੀ ਹਨ, ਕਿਤਨੇ ਹੀ ਰਸੋਈਏ ਹਨ। ਤੰਬੋਲੀ ਤੋਸਕ ਚੀ ਸੁਹਾਈ, ਕਈ ਪਾਨਾਂ ਵਾਲੇ ਹਨ। ਜਿਹੜੇ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਪਾਨ ਬਣਾ ਕੇ ਦਿੰਦੇ ਸੀ। ਤੋਸਕ ਚੀ ਖਜ਼ਾਨਚੀ ਕਈ ਹਨ। ਸੁਹਾਈ ਕਈ ਸ਼ੋਭਦੇ ਹੈ, ਸ਼ੋਭਾ ਵਾਲੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਬਹੁਤ ਹਨ, ਕਿਤਨੇ ਕੁ ਹਨ, ਕੋਈ ਗਿਣਤੀ ਨਹੀਂ। ਸੋ ਇੱਥੋਂ ਤੱਕ 8ਵੀਂ ਵਾਰ ਦੀਆਂ 20 ਪੌੜੀਆਂ ਹੋਈਆਂ ਹਨ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਕੇਤੜਿਆਂ ਹੀ ਆਬਦਾਰ, ਕਿਤੜੇ ਬਾਵਰਚੀ ਨਾਨਵਾਈ, ਤੰਬੋਲੀ ਤੋਸਕ ਚੀ ਸੁਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ